ਮੇਰਾ ਨਾਮ ਅੰਕੁਸ਼ ਹੈ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਕਹਾਣੀ ਦੱਸਣ ਜਾ ਰਿਹਾ ਹਾਂ। ਇਹ ਕਹਾਣੀ ਮੇਰੀ ਭਰਜਾਈ ਦੀ ਹੈ, ਜਿਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੈਂ ਵੀ ਹਮੇਸ਼ਾ ਉਸ ਦਾ ਸਾਥ ਦਿੱਤਾ। ਮੇਰੀ ਉਮਰ 26 ਸਾਲ ਹੈ ਅਤੇ ਮੈਂ ਜੈਪੁਰ ਦਾ ਰਹਿਣ ਵਾਲਾ ਹਾਂ। ਮੇਰੇ ਜਨਮ ਤੋਂ ਬਾਅਦ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ। ਮੇਰੇ ਵੱਡੇ ਭਰਾ ਦੀ ਉਮਰ ਉਸ ਸਮੇਂ 14 ਸਾਲ ਸੀ। ਮੇਰੀ ਦਾਦੀ ਅਤੇ ਮੇਰੇ ਪਿਤਾ ਨੇ ਮੈਨੂੰ ਪਾਲਿਆ। ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਮਾਂ ਮੈਨੂੰ ਇਸ ਦੁਨੀਆ ਵਿੱਚ ਛੱਡ ਕੇ ਚਲੀ ਗਈ ਸੀ। ਹੁਣ ਮੇਰੇ ਲਈ ਸਿਰਫ ਮੇਰੇ ਪਿਤਾ, ਮੇਰੀ ਦਾਦੀ ਅਤੇ ਮੇਰਾ ਵੱਡਾ ਭਰਾ ਹੀ ਰਹਿ ਗਏ ਸਨ। ਮੇਰੀ ਮਾਂ ਦੀ ਮੌਤ ਤੋਂ ਬਾਅਦ ਮੇਰੀ ਦਾਦੀ ਨੇ ਮੇਰੇ ਪਿਤਾ ਨੂੰ ਦੂਜੇ ਵਿਆਹ ਲਈ ਜ਼ੋਰ ਪਾਇਆ, ਪਰ ਮੇਰੇ ਪਿਤਾ ਜੀ ਦੂਜੇ ਵਿਆਹ ਲਈ ਰਾਜੀ ਨਹੀਂ ਸਨ। ਮੇਰੇ ਪਿਤਾ ਜੀ ਦੂਜੀ ਮਾਂ ਨਹੀਂ ਲਿਆਉਣਾ ਚਾਹੁੰਦੇ ਸਨ। ਦਾਦੀ ਨੇ ਪਿਤਾ ਜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਿਤਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੇਰੀ ਦਾਦੀ ਮੈਨੂੰ ਪਾਲਣ ਲਈ ਮਜਬੂਰ ਹੋ ਗਏ, ਪਰ ਦਾਦੀ ਸਿਰਫ 9 ਸਾਲ ਲਈ ਸਾਡਾ ਸਾਥ ਦੇ ਸਕੀ। ਇੱਕ ਦਿਨ ਉਹ ਵੀ ਸਾਨੂੰ ਤਿੰਨਾਂ ਨੂੰ ਇਕੱਲੇ ਛੱਡ ਕੇ ਚਲੀ ਗਈ। ਦਾਦੀ ਦੀ ਮੌਤ ਤੋਂ ਬਾਅਦ ਪਿਤਾ ਜੀ ਬਹੁਤ ਦੁਖੀ ਸੀ। ਉਹਨਾਂ ਲਈ ਮੈਨੂੰ ਸੰਭਾਲਣਾ ਬਹੁਤ ਔਖਾ ਹੋ ਰਿਹਾ ਸੀ। ਮੈਂ ਉਸ ਸਮੇਂ 9 ਸਾਲ ਦਾ ਸੀ। ਭਰਾ ਵੀ ਕਾਲਜ ਪੜ੍ਹਨ ਜਾਂਦਾ ਸੀ ਅਤੇ ਪਿਤਾ ਜੀ ਵੀ ਨੌਕਰੀ ਤੇ ਜਾਂਦੇ ਸਨ। ਮੇਰੇ ਪਿਤਾ ਜੀ ਦੀ ਬਹੁਤ ਚੰਗੀ ਸਰਕਾਰੀ ਨੌਕਰੀ ਸੀ। ਅਜਿਹੀ ਸਥਿਤੀ ਵਿੱਚ ਉਹਨਾਂ ਵਿੱਚੋਂ ਕੋਈ ਵੀ ਮੇਰੀ ਸੰਭਾਲ ਨਹੀਂ ਕਰ ਸਕਦਾ ਸੀ। ਜੇਕਰ ਪਿਤਾ ਜੀ ਕੰਮ ਛੱਡ ਦਿੰਦੇ ਤਾਂ ਘਰ ਦੇ ਖਰਚੇ ਕਿਵੇਂ ਪੂਰੇ ਹੁੰਦੇ ਅਤੇ ਫਿਰ ਭਰਾ ਦੀ ਪੜ੍ਹਾਈ ਵੀ ਖਰਾਬ ਹੁੰਦੀ। ਆਖਰਕਾਰ ਭਰਾ ਨੇ ਹੀ ਆਪਣੀ ਪੜ੍ਹਾਈ ਦੀ ਕੁਰਬਾਨੀ ਦਿੱਤੀ ਅਤੇ ਘਰ ਬੈਠੇ ਹੀ ਪ੍ਰਾਈਵੇਟ ਪੜ੍ਹਾਈ ਕਰਨ ਲੱਗ ਪਿਆ। ਮੈਂ ਵੀ ਉਸ ਸਮੇਂ 3 ਜਮਾਤ ਵਿੱਚ ਸੀ। ਭਰਾ ਸਵੇਰੇ ਜਲਦੀ ਉੱਠਦਾ ਤੇ ਸਾਡੇ ਤਿੰਨਾਂ ਲਈ ਨਾਸ਼ਤਾ ਤਿਆਰ ਕਰਦਾ ਸੀ। ਨਾਸ਼ਤੇ ਤੋਂ ਬਾਅਦ ਉਹ ਮੈਨੂੰ ਤਿਆਰ ਕਰਕੇ ਸਕੂਲ ਛੱਡ ਆਉਂਦਾ ਅਤੇ ਫਿਰ ਘਰ ਆ ਕੇ ਘਰ ਦਾ ਸਾਰਾ ਕੰਮ ਕਰਦਾ। ਭਰਾ ਮੇਰੇ ਆਉਣ ਤੱਕ ਦੁਪਹਿਰ ਦਾ ਖਾਣਾ ਤਿਆਰ ਕਰਦੇ ਸੀ ਅਤੇ ਫਿਰ ਮੈਨੂੰ ਸਕੂਲ ਤੋਂ ਵਾਪਸ ਲੈ ਕੇ ਆਉਂਦੇ ਸੀ। ਮੇਰਾ ਭਰਾ ਮੇਰੀ ਹਰ ਛੋਟੀ ਵੱਡੀ ਖਵਾਇਸ਼ ਦਾ ਖਿਆਲ ਰੱਖਦਾ ਸੀ, ਪਰ ਜਿਸ ਘਰ ਵਿੱਚ ਔਰਤ ਨਾ ਹੋਵੇ ਉਸ ਘਰ ਦਾ ਕੋਈ ਹਾਲ ਨਹੀਂ ਹੁੰਦਾ। ਸਾਡੇ ਘਰ ਦਾ ਵੀ ਇਹੀ ਹਾਲ ਸੀ। ਪਿਤਾ ਜੀ ਭਰਾ ਨੂੰ ਵਿਆਹ ਲਈ ਕਹਿੰਦੇ ਸਨ, ਪਰ ਭਰਾ ਇਹ ਕਹਿ ਕੇ ਟਾਲ ਦਿੰਦੇ ਸਨ ਕਿ ਮੈਂ ਹਜੇ ਪੜ੍ਹਨਾ ਚਾਹੁੰਦਾ ਹਾਂ ਅਤੇ ਜਦੋਂ ਤੱਕ ਮੈਂ ਵਿਆਹ ਦੇ ਕਾਬਿਲ ਨਹੀਂ ਹੋ ਜਾਂਦਾ ਮੈਂ ਵਿਆਹ ਨਹੀਂ ਕਰਾ ਸਕਦਾ। ਇੱਕ ਦਿਨ ਮੈਂ ਸਕੂਲ ਤੋਂ ਵਾਪਸ ਆ ਕੇ ਸੌਂ ਗਿਆ। ਜਦੋਂ ਮੈਂ ਜਾਗਿਆ ਤਾਂ 2 ਵਜੇ ਸਨ। ਜਿਉਂ ਹੀ ਮੇਰੀ ਨਜ਼ਰ ਭਰਾ ਤੇ ਪਈ ਤਾਂ ਉਹ ਸ਼ੀਸ਼ੇ ਸਾਹਮਣੇ ਖੜਾ ਆਪਣੇ ਆਪ ਨੂੰ ਦੇਖ ਰਿਹਾ ਸੀ। ਮੈਂ ਉੱਠ ਕੇ ਆਪਣੇ ਭਰਾ ਦੇ ਪਿੱਛੇ ਖੜਾ ਹੋ ਗਿਆ। ਮੈਨੂੰ ਆਪਣੇ ਪਿੱਛੇ ਖਲੋਤਾ ਦੇਖ ਕੇ ਭਰਾ, ਜੋ ਆਪਣੇ ਬਾਲਾਂ ਵਿੱਚ ਹੱਥ ਫੇਰ ਰਿਹਾ ਸੀ, ਉਸਨੇ ਆਪਣੇ ਹੱਥ ਰੋਕ ਲਏ। ਫਿਰ ਮੈਨੂੰ ਦੇਖ ਕੇ ਉਸਨੇ ਕਿਹਾ ਕਿ ਮੈਂ ਕਿਤੇ ਬਾਹਰ ਜਾ ਰਿਹਾ ਹਾਂ, ਚੰਗਾ ਹੈ ਕਿ ਤੁਸੀਂ ਜਾਗ ਰਹੇ ਹੋ ਅਤੇ ਮੈਂ 1 ਘੰਟੇ ਵਿੱਚ ਵਾਪਸ ਆ ਜਾਵਾਂਗਾ। ਤੁਸੀਂ ਅੰਦਰੋਂ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਬੰਦ ਕਰ ਲਿਓ ਅਤੇ ਕੋਈ ਸ਼ਰਾਰਤ ਨਾ ਕਰਿਓ। ਮੈਂ ਭਰਾ ਦੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਅਤੇ ਫਿਰ ਸਿਰ ਹਿਲਾ ਕੇ ਕਿਹਾ, ਠੀਕ ਹੈ ਭਰਾ, ਤੁਸੀਂ ਚਲੇ ਜਾਓ। ਜਦੋਂ ਭਰਾ ਘਰੋਂ ਨਿਕਲਿਆ ਮੈਂ ਦਰਵਾਜ਼ਾ ਠੀਕ ਤਰ੍ਹਾਂ ਬੰਦ ਕੀਤਾ ਅਤੇ ਦਰਵਾਜ਼ਾ ਬੰਦ ਕਰਕੇ ਵਾਪਸ ਆ ਗਿਆ। 1 ਘੰਟੇ ਬਾਅਦ ਭਰਾ ਵੀ ਘਰ ਵਾਪਸ ਆ ਗਿਆ। ਫਿਰ ਹੌਲੀ-ਹੌਲੀ ਇਸ ਤਰ੍ਹਾਂ ਹੋਣ ਲੱਗਾ। ਹਰ ਰੋਜ਼ ਭਰਾ 1 ਘੰਟੇ ਦੇ ਬਹਾਨੇ ਘਰੋਂ ਨਿਕਲ ਜਾਂਦਾ ਸੀ ਅਤੇ ਪਿਤਾ ਦੇ ਘਰ ਆਉਣ ਤੋਂ ਪਹਿਲਾਂ ਹੀ ਵਾਪਸ ਆ ਜਾਂਦਾ ਸੀ। ਹੁਣ ਮੈਂ 8ਵੀਂ ਜਮਾਤ ਵਿੱਚ ਸੀ। ਮੈਂ 14 ਸਾਲਾਂ ਦਾ ਸੀ। ਦਿਨ ਐਵੇਂ ਹੀ ਬੀਤ ਰਹੇ ਸਨ। ਭਰਾ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਉਸ ਨੂੰ ਬਹੁਤ ਚੰਗੀ ਨੌਕਰੀ ਮਿਲ ਗਈ ਸੀ। ਇੱਕ ਦਿਨ ਪਿਤਾ ਜੀ ਸਮੇਂ ਤੋਂ ਪਹਿਲਾਂ ਘਰ ਆ ਗਏ। ਸ਼ਾਮ ਦੇ ਕਰੀਬ 7 ਵਜੇ ਸਨ। ਜਦੋਂ ਭਰਾ ਘਰ ਵਿੱਚ ਦਾਖਲ ਹੋਇਆ ਤਾਂ ਉਸ ਦੇ ਨਾਲ ਇੱਕ ਲੜਕੀ ਸੀ, ਜਿਸ ਨੇ ਪਰਦਾ ਕੀਤਾ ਹੋਇਆ ਸੀ ਅਤੇ ਜੋ ਲਾਲ ਲਹਿੰਗਾ ਵਿੱਚ ਦੁਲਹਨ ਵਰਗੀ ਲੱਗ ਰਹੀ ਸੀ। ਜਿਉਂ ਹੀ ਪਿਤਾ ਜੀ ਨੇ ਭਰਾ ਵੱਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਖੜੇ ਹੋ ਕੇ ਭਰਾ ਵੱਲ ਤੁਰ ਪਏ ਅਤੇ ਜਿਵੇਂ ਹੀ ਉਹਨਾਂ ਨੇ ਭਰਾ ਦੇ ਪਿੱਛੇ ਖੜੀ ਲੜਕੀ ਵੱਲ ਦੇਖਿਆ ਤਾਂ ਪਿਤਾ ਜੀ ਸਵਾਲੀਆ ਨਜ਼ਰਾਂ ਨਾਲ ਭਰਾ ਵੱਲ ਦੇਖ ਰਹੇ ਸਨ। ਪਿਤਾ ਜੀ ਦਾ ਰਵੱਈਆ ਦੇਖ ਕੇ ਭਰਾ ਨੇ ਹੜਬੜਾ ਕੇ ਕਿਹਾ, ਪਿਤਾ ਜੀ, ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਇਹ ਲੜਕੀ ਮੇਰੀ ਪਤਨੀ ਹੈ। ਮੈਂ ਇਸ ਨਾਲ ਵਿਆਹ ਕੀਤਾ ਹੈ। ਪਿਤਾ ਜੀ ਨੇ ਗੁੱਸੇ 'ਚ ਭਰਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ, ਜਿਸ ਕਾਰਨ ਉਹ ਪਿੱਛੇ ਹਟ ਗਿਆ। ਕੁੜੀ ਕੰਬਣ ਲੱਗੀ ਜਦੋਂ ਪਿਤਾ ਜੀ ਦੀ ਨਜ਼ਰ ਉਸ ਲੜਕੀ ਤੇ ਪਈ ਅਤੇ ਫਿਰ ਉਹਨਾਂ ਨੇ ਗੁੱਸੇ ਨਾਲ ਮੇਰੇ ਵੱਲ ਦੇਖਿਆ ਤੇ ਉਸ ਕੁੜੀ ਨੂੰ ਅੰਦਰ ਲੈ ਜਾਣ ਲਈ ਕਿਹਾ। ਪਿਤਾ ਜੀ ਦੀ ਸਲਾਹ ਮੰਨ ਕੇ ਮੈਂ ਕੁੜੀ ਨੂੰ ਅੰਦਰ ਲੈ ਕੇ ਚਲਾ ਗਿਆ। ਜਿਵੇਂ ਹੀ ਉਸਨੇ ਅੰਦਰ ਜਾ ਕੇ ਪਰਦਾ ਚੁੱਕਿਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ, ਜਿਸ ਨੂੰ ਮੇਰਾ ਭਰਾ ਆਪਣੀ ਪਤਨੀ ਬਣਾ ਕੇ ਲਿਆਇਆ ਸੀ। ਉਹ ਕੁੜੀ ਬਹੁਤ ਸੋਹਣੀ ਸੀ ਤੇ ਉਸਦੀ ਉਮਰ ਵੀ ਭਰਾ ਨਾਲੋਂ ਬਹੁਤ ਘੱਟ ਸੀ। ਉਹ ਕੁੜੀ ਮੇਰੇ ਤੋਂ ਕਰੀਬ 1 ਸਾਲ ਵੱਡੀ ਹੋਵੇਗੀ। ਮੈਨੂੰ ਵੀ ਉਹ ਕੁੜੀ ਬਹੁਤ ਪਸੰਦ ਸੀ ਅਤੇ ਮੇਰਾ ਵਿਚਾਰ ਸਹੀ ਸੀ, ਕਿਉਂਕਿ ਉਹ ਮੇਰੇ ਤੋਂ 3 ਸਾਲ ਵੱਡੀ ਸੀ। ਉਸ ਦੇ ਚਿਹਰੇ ਵੱਲ ਦੇਖ ਕੇ ਮੈਨੂੰ ਭਰਾ ਤੇ ਬਹੁਤ ਗੁੱਸਾ ਆ ਰਿਹਾ ਸੀ। ਆਖਰ ਭਰਾ ਨੇ ਕਿਸ ਤਰ੍ਹਾਂ ਇਹ ਵਿਆਹ ਕੀਤਾ ਸੀ। ਭਰਾ ਪਿਤਾ ਜੀ ਨਾਲ ਗੱਲ ਕਰ ਸਕਦਾ ਸੀ
ਅਤੇ ਉਹਨਾਂ ਦੀ ਇਜਾਜ਼ਤ ਨਾਲ ਵਿਆਹ ਕਰਵਾ ਸਕਦਾ ਸੀ। ਪਤਾ ਨਹੀਂ ਭਰਾ ਨੇ ਅਜਿਹਾ ਕਿਉਂ ਕੀਤਾ। ਮੈਂ ਉਸ ਕੁੜੀ ਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਆ ਗਿਆ। ਪਿਤਾ ਜੀ ਨੇ ਭਰਾ ਦੀ ਕਾਫੀ ਲੰਮਾ ਸਮਾਂ ਕਲਾਸ ਲਾਈ। ਉਹਨਾਂ ਨੇ ਕਿਹਾ ਕਿ ਇਹ ਕਿਹੋ ਜਿਹਾ ਤਰੀਕਾ ਹੈ ਕਿਸੇ ਦੀ ਧੀ ਦਾ ਵਿਆਹ ਕਰਕੇ ਉਸ ਨੂੰ ਘਰ ਲਿਆਂਦਾ ਜਾਵੇ। ਜੇ ਤੂੰ ਮੈਨੂੰ ਦੱਸਦਾ ਤਾਂ ਮੈਂ ਤੇਰਾ ਵਿਆਹ ਇੱਜ਼ਤ ਨਾਲ ਕਰਵਾ ਦਿੰਦਾ, ਪਰ ਹੁਣ ਜੋ ਹੋ ਗਿਆ ਸੀ। ਭਰਾ ਨੇ ਪਿਤਾ ਤੋਂ ਬਹੁਤ ਮਾਫੀ ਮੰਗੀ, ਪਰ ਪਿਤਾ ਜੀ ਨੇ ਭਰਾ ਦੀ ਬੇਇੱਜ਼ਤੀ ਕੀਤੀ। ਅਗਲੇ ਕੁਝ ਦਿਨਾਂ ਬਾਅਦ ਉਹ ਕੁੜੀ ਜਿਸ ਦਾ ਨਾਮ ਅੰਕਿਤਾ ਸੀ, ਜੋ ਮੇਰੀ ਭਾਬੀ ਸੀ, ਸਾਡੇ ਨਾਲ ਬਹੁਤ ਵਧੀਆ ਢੰਗ ਨਾਲ ਐਡਜਸਟ ਹੋ ਗਈ। ਉਮਰ ਦਾ ਬਹੁਤਾ ਫਰਕ ਨਾ ਹੋਣ ਕਾਰਨ ਮੈਂ ਉਸ ਨੂੰ ਨਾਮ ਲੈ ਕੇ ਹੀ ਬੁਲਾਉਣਾ ਬਿਹਤਰ ਸਮਝਿਆ। ਮੈਂ ਭਾਬੀ ਦਾ ਨਾਮ ਲੈਂਦਾ ਸੀ। ਭਾਬੀ ਦਾ ਨਾਮ ਲੈਣ ਤੇ ਪਿਤਾ ਜੀ ਮੈਨੂੰ ਬਹੁਤ ਝਿੜਕਦੇ ਸਨ। ਇਸ ਤੋਂ ਬਾਅਦ ਮੈਂ ਮਜਬੂਰੀ 'ਚ ਅੰਕਿਤਾ ਭਾਬੀ ਕਹਿ ਕੇ ਬੁਲਾਉਣ ਲੱਗਾ। ਸਮਾਂ ਲੰਘਦਾ ਰਿਹਾ। ਭਾਬੀ ਨੇ ਸਾਰਾ ਘਰ ਚੰਗੀ ਤਰ੍ਹਾਂ ਸੰਭਾਲ ਲਿਆ ਸੀ ਤੇ ਹੁਣ ਸਾਡਾ ਘਰ ਘਰ ਵਰਗਾ ਲੱਗਦਾ ਸੀ। ਇਸ ਘਰ ਵਿੱਚ ਔਰਤ ਦੀ ਕਮੀ ਸੀ, ਜੋ ਹੁਣ ਭਰਜਾਈ ਨੇ ਪੂਰੀ ਕਰ ਦਿੱਤੀ ਸੀ। ਸਾਡੇ ਦਿਨ ਬਹੁਤ ਵਧੀਆ ਚੱਲ ਰਹੇ ਸਨ। ਹੁਣ ਤਾਂ ਭਰਾ ਨੂੰ ਵੀ ਘਰ ਖਾਣਾ ਬਣਾਉਣਾ ਨਹੀਂ ਪੈਂਦਾ ਸੀ। ਬੜੀ ਮੁਸ਼ਕਲ ਨਾਲ ਖੁਸ਼ੀ ਸਾਡੇ ਘਰ ਆਈ ਸੀ, ਪਰ ਇੱਕ ਦਿਨ ਪਿਤਾ ਜੀ ਵੀ ਸਾਨੂੰ ਇਸ ਦੁਨੀਆ ਵਿੱਚ ਇਕੱਲੇ ਛੱਡ ਗਏ। ਖੈਰ, ਕਿਸੇ ਦੇ ਜਾਣ ਨਾਲ ਜ਼ਿੰਦਗੀ ਦੀ ਗੱਡੀ ਕਦੋਂ ਰੁਕਦੀ ਹੈ, ਜੋ ਹੁਣ ਰੁਕਦੀ। ਅਸੀਂ ਵੀ ਆਖਰ ਪਿਤਾ ਦੀ ਮੌਤ ਦਾ ਸਬਰ ਕਰ ਲਿਆ ਸੀ। ਜ਼ਿੰਦਗੀ ਅੱਗੇ ਵਧਣ ਲੱਗੀ। ਭਾਬੀ ਨਾਲ ਮੇਰੀ ਬਹੁਤ ਚੰਗੀ ਬਣਦੀ ਸੀ। ਭਰਾ ਸਾਰਾ ਦਿਨ ਕੰਮ ਤੇ ਹੁੰਦੇ ਸੀ। ਉਹਨਾਂ ਦੇ ਪਿੱਛੋਂ ਮੈਂ ਅਤੇ ਮੇਰੀ ਭਰਜਾਈ ਘਰ ਵਿੱਚ ਸਾਰਾ ਦਿਨ ਆਨੰਦ ਮਾਣਦੇ ਸੀ। ਸਾਡੀ ਇੱਕ ਦੂਜੇ ਨਾਲ ਦੋਸਤੀ ਦੇਖ ਕੇ ਭਰਾ ਬਹੁਤ ਮੱਚਦੇ ਸੀ। ਮੈਂ ਤੇ ਭਾਬੀ ਭਰਾ ਦੀ ਇਸ ਹਾਲਤ ਦਾ ਮਜ਼ਾਕ ਉਡਾਉਂਦੇ ਸੀ। ਇੱਕ ਦਿਨ ਅਸੀਂ ਸਾਰਿਆਂ ਨੇ ਬਾਹਰ ਜਾਣ ਦਾ ਪਲਾਨ ਬਣਾਇਆ। ਉਸ ਦਿਨ ਭਰਾ ਦੀ ਛੁੱਟੀ ਸੀ। ਉਸ ਦਿਨ ਅਚਾਨਕ ਮੇਰੀ ਤਬੀਅਤ ਵਿਗੜ ਗਈ, ਜਿਸ ਕਾਰਨ ਮੇਰੀ ਭਰਜਾਈ ਨੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਫਿਰ ਮੈਂ ਜ਼ਬਰਦਸਤੀ ਆਪਣੀ ਭਾਬੀ ਨੂੰ ਉਸ ਨਾਲ ਜਾਣ ਲਈ ਮਨਾ ਲਿਆ। ਉਸ ਦੇ ਜਾਣ ਤੋਂ ਬਾਅਦ ਮੈਂ ਉਸੇ ਹਾਲ ਵਿੱਚ ਸੋਫੇ ਉੱਤੇ ਲੇਟ ਗਿਆ। ਦੋਨਾਂ ਦੇ ਜਾਣ ਨੂੰ ਥੋੜਾ ਸਮਾਂ ਹੀ ਬੀਤਿਆ ਸੀ ਕਿ ਅਚਾਨਕ ਦਰਵਾਜ਼ੇ ਤੇ ਰੌਲਾ ਪੈ ਗਿਆ। ਮੈਂ ਸੋਫੇ ਤੇ ਉੱਠਣ ਹੀ ਵਾਲਾ ਸੀ ਕਿ ਮੇਰੀ ਭਰਜਾਈ ਮੇਰੇ ਪੈਰੀਂ ਪੈ ਗਈ। ਮੈਂ ਹੈਰਾਨ ਰਹਿ ਕੇ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਰਾ ਨੇ ਭਰਜਾਈ ਨੂੰ ਘਸੀੜ ਕੇ ਹਾਲ ਵਿੱਚ ਸੁੱਟ ਦਿੱਤਾ ਅਤੇ ਉਹ ਕਾਫੀ ਦੇਰ ਤੱਕ ਉਸ ਤੇ ਗੁੱਸਾ ਕਰਦੇ ਰਹੇ, ਜਦੋਂ ਕਿ ਮੈਂ ਚੁੱਪਚਾਪ ਖੜਾ ਸਾਰਾ ਤਮਾਸ਼ਾ ਦੇਖ ਰਿਹਾ ਸੀ। ਭਰਾ ਭਾਬੀ ਜੀ ਦੀ ਕੋਈ ਸੱਚਾਈ ਬਾਰੇ ਗੱਲ ਕਰ ਰਹੇ ਸੀ, ਇੱਥੋਂ ਤੱਕ ਕਿ ਉਸਨੇ ਅੱਜ ਤੱਕ ਮੈਨੂੰ ਇਸ ਬਾਰੇ ਨਹੀਂ ਦੱਸਿਆ ਸੀ। ਪਤਾ ਨਹੀਂ ਮੈਂ ਆਪਣੇ ਮਨ ਵਿੱਚ ਕੀ ਸੋਚ ਰਿਹਾ ਸੀ। ਕੁਝ ਦੇਰ ਬਾਅਦ ਭਰਾ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਕਮਰੇ ਵਿੱਚ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੇ ਹੱਥ ਵਿੱਚ ਇੱਕ ਵੱਡਾ ਬੈਗ ਸੀ। ਉਸ ਨੇ ਆਪਣਾ ਸਮਾਨ ਉਸ ਬੈਗ ਵਿੱਚ ਰੱਖਿਆ ਹੋਇਆ ਸੀ। ਉਸ ਨੇ ਮੇਰੀ ਭਰਜਾਈ ਵੱਲ ਗੁੱਸੇ ਨਾਲ ਦੇਖਿਆ ਅਤੇ ਘਰੋਂ ਬਾਹਰ ਚਲਾ ਗਿਆ। ਭਰਾ ਨੇ ਮੇਰੇ ਵੱਲ ਦੇਖਣਾ ਵੀ ਚੰਗਾ ਨਹੀਂ ਸਮਝਿਆ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ। ਉਹ ਤਾਂ ਚਲਾ ਗਿਆ ਸੀ, ਪਰ ਉਸ ਸਮੇਂ ਭਾਬੀ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਮੈਂ ਭਾਬੀ ਨੂੰ ਚੁੱਕ ਕੇ ਕਮਰੇ ਵਿੱਚ ਲੈ ਗਿਆ। ਉਸ ਸਮੇਂ ਉਹ ਹੋਸ਼ ਵਿੱਚ ਨਹੀਂ ਸੀ। ਭਾਬੀ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਉਹ ਬਾਰ-ਬਾਰ ਭਰਾ ਨੂੰ ਆਵਾਜ਼ ਲਗਾ ਰਹੀ ਸੀ। ਉਸ ਨੂੰ ਸੰਭਾਲਣਾ ਬਹੁਤ ਔਖਾ ਹੋ ਰਿਹਾ ਸੀ। ਮੈਂ ਉਹ ਸਾਰੀ ਰਾਤ ਆਪਣੀ ਭਾਬੀ ਨਾਲ ਬਿਤਾਈ। ਅਗਲੀ ਸਵੇਰ ਜਦੋਂ ਮੈਂ ਭਰਾ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਭਰਾ ਦੇ ਕਮਰੇ ਵਿੱਚ ਮੇਜ਼ ਤੇ ਇੱਕ ਚਿੱਠੀ ਪਈ ਸੀ। ਉਹ ਚਿੱਠੀ ਉਸ ਦੀ ਨੌਕਰੀ ਦੀ ਪੋਸਟਿੰਗ ਦੀ ਸੀ। ਇਸ ਦਾ ਮਤਲਬ ਸੀ ਕਿ ਭਰਾ ਦੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋ ਗਈ ਸੀ। ਚੰਗਾ ਹੋਇਆ ਕਿ ਭਰਾ ਦੀ ਬਦਲੀ ਹੀ ਹੋਈ ਹੈ, ਨਹੀਂ ਤਾਂ ਮੈਂ ਸੋਚਿਆ ਸੀ ਕਿ ਭਰਾ ਗੁੱਸੇ 'ਚ ਘਰ ਛੱਡ ਕੇ ਕਿਤੇ ਚਲਾ ਗਿਆ ਹੈ। ਚੰਗਾ ਹੋਇਆ ਕਿ ਮੈਨੂੰ ਪਤਾ ਲੱਗ ਗਿਆ ਕਿ ਭਰਾ ਕਿੱਧਰ ਹੈ, ਨਹੀਂ ਤਾਂ ਪਤਾ ਨਹੀਂ ਭਰਜਾਈ ਦਾ ਰੋ ਰੋ ਕੇ ਕੀ ਹਾਲ ਹੋਣਾ ਸੀ। ਭਰਾ ਨੇ ਭਰਜਾਈ ਨੂੰ ਅਜਿਹੀ ਹਾਲਤ ਵਿੱਚ ਪਾ ਦਿੱਤਾ ਸੀ ਕਿ ਮੈਨੂੰ ਭਰਾ ਤੇ ਬਹੁਤ ਗੁੱਸਾ ਆ ਰਿਹਾ ਸੀ। ਹੁਣ ਘਰ ਵਿੱਚ ਸਿਰਫ ਮੈਂ ਤੇ ਭਾਬੀ ਹੀ ਰਹਿ ਗਈ ਸੀ। ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਸੀ। ਭਾਬੀ ਭਰਾ ਨੂੰ ਬਹੁਤ ਮਿਸ ਕਰਦੀ ਸੀ, ਪਰ ਮੈਨੂੰ ਕਦੇ ਵੀ ਭਰਾ ਦੀ ਯਾਦ ਨਹੀਂ ਆਈ। ਮੈਂ ਉਸ ਦੇ ਘਰੋਂ ਬਾਹਰ ਜਾਣ ਤੇ ਬਹੁਤ ਖੁਸ਼ ਸੀ। ਵੀਰੇ ਨੇ ਭਾਬੀ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਸੀ, ਉਸ ਤੋਂ ਮੈਨੂੰ ਵੀਰੇ ਤੇ ਬਹੁਤ ਗੁੱਸਾ ਆ ਰਿਹਾ ਸੀ। ਖੈਰ, ਦਿਨ ਬੀਤ ਗਏ ਅਤੇ ਮੈਂ ਆਪਣੀ MBBS ਪੂਰੀ ਕਰ ਲਈ ਅਤੇ ਮੈਂ ਡਾਕਟਰ ਦੀ ਡਿਗਰੀ ਹਾਸਲ ਕੀਤੀ। ਜਦੋਂ ਮੈਂ ਆਪਣੀ ਡਿਗਰੀ ਲੈ ਕੇ ਘਰ ਆਇਆ ਤਾਂ ਮੈਨੂੰ ਖੁਸ਼ੀ ਮਹਿਸੂਸ ਹੋਈ। ਮੈਂ ਖੁਸ਼ੀ ਨਾਲ ਆਪਣੀ ਭਾਬੀ ਨੂੰ ਡਿਗਰੀ ਦਿਖਾਉਂਦੇ ਹੋਏ ਕਿਹਾ, ਭਾਬੀ ਦੇਖੋ, ਮੈਂ ਡਾਕਟਰ ਬਣ ਗਿਆ ਹਾਂ। ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਫਿਰ ਮੈਂ ਖੁਸ਼ੀ ਵਿੱਚ ਆਪਣੀ ਭਾਬੀ ਨੂੰ ਜੱਫੀ ਪਾ ਲਈ ਅਤੇ ਉਸਨੇ ਮੇਰੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ਦੇਖ, ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਹੋਵੇਗਾ ਅਤੇ ਤੁਸੀਂ ਡਾਕਟਰ ਬਣੋਗੇ। ਉਹ ਦਿਨ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਸੀ। ਮੇਰੀ ਭਾਬੀ ਵੀ ਮੇਰੀ ਖੁਸ਼ੀ ਤੇ ਬਹੁਤ ਖੁਸ਼ ਸੀ।
ਉਸ ਨੇ ਮੈਨੂੰ ਕਿਹਾ ਕਿ ਹੁਣ ਤੁਸੀਂ ਡਾਕਟਰ ਬਣ ਗਏ ਹੋ, ਤੁਹਾਡੇ ਹੱਥਾਂ ਵਿੱਚ ਡਾਕਟਰ ਦੀ ਡਿਗਰੀ ਵੀ ਹੈ, ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਹੜਾ ਤੋਹਫਾ ਦੇ ਰਹੇ ਹੋ। ਮੈਂ ਆਪਣੀ ਭਾਬੀ ਨੂੰ ਕਿਹਾ, ਤੁਸੀਂ ਕੁਝ ਵੀ ਮੰਗ ਸਕਦੇ ਹੋ, ਮੈਂ ਤੁਹਾਨੂੰ ਦੇਵਾਂਗਾ। ਤਾਂ ਭਾਬੀ ਨੇ ਮੈਨੂੰ ਕਿਹਾ ਕਿ ਠੀਕ ਹੈ, ਤਾਂ ਚੱਲੋ ਕਿਤੇ ਘੁੰਮਣ ਚੱਲਦੇ ਹਾਂ। ਮੈਂ ਆਪਣੀ ਭਾਬੀ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ, ਠੀਕ ਹੈ ਮੇਰੀ ਭਾਬੀ, ਤੁਸੀਂ ਜੋ ਵੀ ਹੁਕਮ ਦਿਓਗੇ ਮੈਂ ਉਹੀ ਕਰਾਂਗਾ। ਮੈਨੂੰ ਦੱਸੋ ਭਾਬੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਭਾਬੀ ਨੇ ਖਰੀਦਦਾਰੀ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਲਈ ਸੀ। ਸ਼ਾਪਿੰਗ ਲਿਸਟ ਮੇਰੇ ਹਵਾਲੇ ਕਰਦਿਆਂ ਭਾਬੀ ਉੱਚੀ ਉੱਚੀ ਹੱਸਣ ਲੱਗ ਪਈ। ਭਾਬੀ ਦੇ ਹੱਸਣ ਦੀ ਆਵਾਜ਼ ਸੁਣ ਕੇ ਮੈਂ ਕਿਧਰੇ ਗੁਆਚ ਗਿਆ ਸੀ। ਇੰਨੇ ਦਿਨਾਂ ਬਾਅਦ ਮੇਰੀ ਭਰਜਾਈ ਖੁੱਲ੍ਹ ਕੇ ਹੱਸ ਰਹੀ ਸੀ। ਮੇਰੇ ਕੰਨ ਮੇਰੀ ਭਰਜਾਈ ਦਾ ਹਾਸਾ ਸੁਣਨ ਲਈ ਤਰਸ ਰਹੇ ਸਨ। ਮੈਂ ਲਗਾਤਾਰ ਆਪਣੀ ਭਾਬੀ ਵੱਲ ਦੇਖ ਰਿਹਾ ਸੀ। ਮੈਂ ਮਨ ਹੀ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਆਪਣੀ ਭਾਬੀ ਨੂੰ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰੱਖਾਂਗਾ ਅਤੇ ਕਦੇ ਵੀ ਉਸ ਦੇ ਬੁੱਲ੍ਹਾਂ ਤੋਂ ਮੁਸਕਰਾਹਟ ਨੂੰ ਦੂਰ ਨਹੀਂ ਹੋਣ ਦਿਆਂਗਾ। ਅੱਜ ਮੈਨੂੰ ਪਤਾ ਲੱਗਾ ਕਿ ਮੇਰੀ ਭਾਬੀ ਹੱਸਦੀ ਹੋਈ ਬਹੁਤ ਪਿਆਰੀ ਲੱਗਦੀ ਹੈ ਅਤੇ ਮੈਂ ਉਸ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਜੇ ਮੇਰੀ ਭਰਜਾਈ ਨੇ ਮੇਰੇ ਭਰਾ ਨਾਲ ਵਿਆਹ ਨਾ ਕੀਤਾ ਹੁੰਦਾ ਤਾਂ ਮੈਂ ਉਸ ਨੂੰ ਆਪਣੀ ਪਤਨੀ ਬਣਾ ਲੈਂਦਾ। ਬੜੇ ਪਿਆਰ ਅਤੇ ਇੱਛਾ ਨਾਲ ਮੈਂ ਉਹਨਾਂ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦਾ। ਪਰ ਹੁਣ ਕੀ ਹੋ ਸਕਦਾ ਸੀ, ਜੋ ਕੁਝ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ। ਮੈਂ ਇਹਨਾਂ ਖਿਆਲਾਂ ਵਿੱਚ ਗਵਾਚਿਆ ਹੋਇਆ ਸੀ। ਫਿਰ ਅਚਾਨਕ ਭਾਬੀ ਨੇ ਮੇਰਾ ਹੱਥ ਫੜ ਕੇ ਮੈਨੂੰ ਹਿਲਾ ਦਿੱਤਾ। ਫਿਰ ਮੈਨੂੰ ਅਚਾਨਕ ਹੋਸ਼ ਆਈ ਅਤੇ ਮੈਂ ਘਬਰਾ ਗਿਆ। ਮੈਂ ਇੰਨਾ ਘਬਰਾਇਆ ਹੋਇਆ ਸੀ ਜਿਵੇਂ ਮੈਂ ਕੋਈ ਚੀਜ਼ ਚੋਰੀ ਕਰਦਾ ਫੜਿਆ ਗਿਆ ਹੋਵਾਂ। ਮੈਂ ਇੱਕਦਮ ਭਾਬੀ ਤੋਂ ਅੱਖਾਂ ਚੁਰਾ ਕੇ ਇੱਧਰ ਉੱਧਰ ਦੇਖਣ ਲੱਗ ਪਿਆ। ਫਿਰ ਭਾਬੀ ਨੇ ਮੈਨੂੰ ਪੁੱਛਿਆ, ਤੂੰ ਕਿੰਨਾ ਖਿਆਲਾਂ ਵਿੱਚ ਗੁਆਚਿਆ ਹੋਇਆ ਹੈ। ਭਾਬੀ ਦਾ ਸਵਾਲ ਸੁਣ ਕੇ ਮੈਂ ਫਿਰ ਤੋਂ ਭਾਬੀ ਵੱਲ ਧਿਆਨ ਦਿੱਤਾ। ਇੱਕ ਤਾਂ ਦਿਲ ਕਰਦਾ ਸੀ ਕਿ ਮੈਂ ਉਹਨਾਂ ਨੂੰ ਸਭ ਕੁਝ ਦੱਸ ਦੇਵਾਂ ਜੋ ਮੈਂ ਸੋਚ ਰਿਹਾ ਸੀ, ਪਰ ਫਿਰ ਮੈਂ ਅਜੀਬ ਜਿਹਾ ਰਿਐਕਸ਼ਨ ਦੇ ਕੇ ਗੱਲ ਨੂੰ ਟਾਲ ਦਿੱਤਾ। ਫਿਰ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਜਲਦੀ ਤਿਆਰ ਹੋ ਜਾਓ, ਫਿਰ ਅਸੀਂ ਬਾਹਰ ਜਾਵਾਂਗੇ। ਅਤੇ ਫਿਰ ਮੈਂ ਵੀ ਆਪਣੇ ਕੱਪੜੇ ਬਦਲਣ ਅਤੇ ਤਿਆਰ ਹੋਣ ਲਈ ਆਪਣੇ ਕਮਰੇ ਵਿੱਚ ਆ ਗਿਆ। ਕਰੀਬ 15 ਮਿੰਟਾਂ ਬਾਅਦ ਮੈਂ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਆਇਆ। ਗੇਟ ਦੇ ਬਾਹਰ ਖੜੀ ਮੋਟਰਸਾਈਕਲ ਸਟਾਰਟ ਕੀਤੀ ਅਤੇ 2-3 ਵਾਰ ਹਾਰਨ ਵਜਾਇਆ। ਹਾਰਨ ਦੀ ਆਵਾਜ਼ ਸੁਣਦਿਆਂ ਹੀ ਭਾਬੀ ਬਾਹਰ ਆ ਗਈ। ਉਹਨਾਂ ਨੂੰ ਆਉਂਦੇ ਦੇਖ ਕੇ ਮੇਰੇ ਮੂੰਹੋਂ ਸੋਹਣੀ ਨਿਕਲ ਗਿਆ ਤੇ ਫਿਰ ਭਾਬੀ ਘਰੋਂ ਬਾਹਰ ਆ ਗਈ ਅਤੇ ਮੈਂ ਘਰ ਦਾ ਦਰਵਾਜ਼ਾ ਬਾਹਰੋਂ ਠੀਕ ਤਰ੍ਹਾਂ ਬੰਦ ਕਰ ਦਿੱਤਾ ਤੇ ਮੋਟਰਸਾਈਕਲ ਸਟਾਰਟ ਕੀਤਾ। ਮੈਂ ਮੋਟਰਸਾਈਕਲ ਮੋੜ ਲਿਆ ਤੇ ਭਾਬੀ ਮੇਰੇ ਪਿੱਛੇ ਆ ਕੇ ਬੈਠ ਗਈ। ਮੈਂ ਬਹੁਤ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਰਿਹਾ ਸੀ। ਸਪੀਡ ਤੇਜ਼ ਹੋਣ ਕਾਰਨ ਭਾਬੀ ਬਹੁਤ ਡਰੀ ਹੋਈ ਸੀ, ਜਿਸ ਕਾਰਨ ਉਸਨੇ ਮੈਨੂੰ ਕਿਹਾ ਕਿ ਬਾਈਕ ਦੀ ਸਪੀਡ ਘੱਟ ਕਰੋ ਅਤੇ ਮੈਂ ਹੋਰ ਵੀ ਤੇਜ਼ ਕਰ ਉਹਨਾਂ ਨਾਲ ਸ਼ਰਾਰਤਾਂ ਕਰਨ ਲੱਗਾ। ਬਾਰ-ਬਾਰ ਸਪੀਡ ਵਧਾ ਕੇ ਉਹਨਾਂ ਨਾਲ ਮਜ਼ਾਕ ਕਰਨ ਲੱਗਾ। ਕੁਝ ਦੇਰ ਬਾਅਦ ਮੈਂ ਮੋਟਰਸਾਈਕਲ ਸ਼ਾਪਿੰਗ ਮਾਲ ਦੇ ਸਾਹਮਣੇ ਰੋਕ ਲਿਆ। ਮੈਂ ਭਾਬੀ ਦਾ ਹੱਥ ਫੜ ਕੇ ਆਪਣੇ ਨਾਲ ਅੰਦਰ ਲੈ ਗਿਆ। ਉਹ ਪਹਿਲਾਂ ਵੀ ਕਈ ਵਾਰ ਇੱਥੇ ਆ ਚੁੱਕੀ ਸੀ। ਉਹ ਜਿੰਨੇ ਭਰੋਸੇ ਨਾਲ ਘਰ ਵਿੱਚ ਰਹਿੰਦੀ ਸੀ, ਉਹ ਘਰੋਂ ਬਾਹਰ ਜਾਣ ਤੋਂ ਬਾਅਦ ਆਪਣੇ ਸਾਰੇ ਹੌਸਲੇ ਹਾਰ ਜਾਂਦੀ ਸੀ, ਪਰ ਫਿਰ ਮੇਰੇ ਸਹਾਰੇ ਨੇ ਉਸ ਨੂੰ ਹਮੇਸ਼ਾ ਹੌਸਲਾ ਦਿੱਤਾ। ਉਹ ਮੇਰੇ ਨਾਲ ਹੁੰਦਿਆਂ ਸਭ ਕੁਝ ਭੁੱਲ ਜਾਂਦੀ ਸੀ। ਅੱਜ ਵੀ ਇਹੀ ਹੋਇਆ। ਜਿਵੇਂ ਹੀ ਮੈਂ ਉਸ ਦਾ ਹੱਥ ਫੜਿਆ, ਉਸਨੇ ਮੇਰੇ ਹੱਥ ਨੂੰ ਵਿਸ਼ਵਾਸ ਨਾਲ ਘੁੱਟ ਕੇ ਫੜ ਲਿਆ। ਮੈਂ ਉਸ ਦਾ ਹੱਥ ਫੜ ਕੇ ਖਰੀਦਦਾਰੀ ਕਰਨ ਵਿੱਚ ਰੁੱਝਿਆ ਹੋਇਆ ਸੀ। ਉੱਥੋਂ ਅਸੀਂ ਦੋਵੇਂ ਯੂਟਿਲਿਟੀ ਸਟੋਰ ਤੇ ਗਏ। ਉੱਥੋਂ ਅਸੀਂ ਪਾਣੀ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਖਰੀਦੀਆਂ ਅਤੇ ਇਸ ਤੋਂ ਬਾਅਦ ਅਸੀਂ ਇੱਕ ਫਿਲਮ ਦੇਖੀ ਅਤੇ ਇਕੱਠੇ ਡਿਨਰ ਕੀਤਾ। ਖਰੀਦਦਾਰੀ ਪੂਰੀ ਹੋ ਗਈ ਸੀ। ਫਿਰ ਅਸੀਂ ਮੋਟਰਸਾਈਕਲ ਤੇ ਬੈਠ ਕੇ ਆਪਣੇ ਘਰ ਲਈ ਰਵਾਨਾ ਹੋ ਗਏ। ਉਸ ਤੋਂ ਬਾਅਦ ਮੈਂ ਭਾਬੀ ਨੂੰ ਪਾਰਕ ਵਿੱਚ ਲੈ ਗਿਆ। ਉੱਥੇ ਬਹੁਤ ਹੀ ਚੰਗੀ ਹਵਾ ਚੱਲ ਰਹੀ ਸੀ ਅਤੇ ਬਹੁਤ ਸ਼ਾਂਤੀ ਸੀ ਅਤੇ ਅਸੀਂ ਦੋਵੇਂ ਰਾਤ ਨੂੰ ਠੰਡੀ ਘਾਹ ਤੇ ਬੈਠ ਗਏ। ਇਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਘਰ ਆ ਗਿਆ। ਸਰਦੀ ਵਾਲਾ ਮੌਸਮ ਸੀ ਤੇ ਠੰਡ ਵੱਧ ਗਈ ਸੀ। ਰਾਤ ਨੂੰ ਬਹੁਤ ਠੰਡ ਮਹਿਸੂਸ ਹੋ ਰਹੀ ਸੀ। ਜਦੋਂ ਅਸੀਂ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਸੀ ਤਾਂ ਭਾਬੀ ਨੇ ਕਈ ਵਾਰ ਆਪਣੇ ਹੱਥਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਹਰ ਪਾਸਿਓਂ ਲੋਕ ਸਾਡੇ ਵੱਲ ਦੇਖ ਰਹੇ ਸਨ, ਪਰ ਮੈਂ ਉਸ ਦਾ ਹੱਥ ਬਹੁਤ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਸਾਰਾ ਦਿਨ ਮौज ਮਸਤੀ ਕਰਨ ਤੋਂ ਬਾਅਦ ਅਸੀਂ ਘਰ ਨੂੰ ਚਲੇ ਗਏ ਅਤੇ ਹੱਸਦੇ-ਹੱਸਦੇ ਆਪਣੀ ਗਲੀ ਵਿੱਚ ਵੜਦਿਆਂ ਹੀ ਦੇਖਿਆ ਕਿ ਸਾਡੇ ਘਰ ਦੇ ਸਾਹਮਣੇ ਔਰਤਾਂ ਦੀ ਭੀੜ ਲੱਗੀ ਹੋਈ ਸੀ, ਜੋ ਸਿਰਫ ਸਾਡੇ ਵੱਲ ਹੀ ਦੇਖ ਰਹੀਆਂ ਸਨ। ਘਰ ਦੇ ਸਾਹਮਣੇ ਭੀੜ ਦੇਖ ਕੇ ਸਾਡੇ ਹਾਸੇ ਅਤੇ ਮੋਟਰਸਾਈਕਲ ਨੂੰ ਬ੍ਰੇਕ ਲੱਗ ਗਈ। ਲਗਭਗ ਸਾਰਾ ਆਂਢ ਗੁਆਂਢ ਸਾਡੇ ਘਰ ਦੇ ਸਾਹਮਣੇ ਇਕੱਠਾ ਹੋ ਗਿਆ ਸੀ, ਜਿਸ ਨੂੰ ਦੇਖ ਕੇ ਭਾਬੀ ਨੇ ਮੇਰਾ ਮੋਢਾ ਘੁੱਟ ਕੇ ਫੜ ਲਿਆ ਅਤੇ ਫਿਰ ਲੋਕਾਂ ਤੋਂ ਬਚਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ। ਮੈਂ ਭਾਬੀ ਵੱਲ ਮੁੜ ਕੇ ਦੇਖਿਆ ਤਾਂ
ਉਸ ਦਾ ਸਰੀਰ ਕੰਬ ਰਿਹਾ ਸੀ। ਮੈਂ ਬੜੀ ਹੈਰਾਨੀ ਨਾਲ ਉੱਥੇ ਖੜੇ ਲੋਕਾਂ ਵੱਲ ਦੇਖਿਆ ਅਤੇ ਫਿਰ ਮੈਂ ਬਾਈਕ ਦੀ ਸਪੀਡ ਵਧਾ ਕੇ ਉਹਨਾਂ ਵੱਲ ਆ ਗਿਆ। ਮੈਂ ਸਾਫ਼-ਸਾਫ਼ ਸੁਣ ਸਕਦਾ ਸੀ ਕਿ ਉਹ ਲੋਕ ਕੀ ਕਹਿ ਰਹੇ ਸਨ। ਲੋਕ ਸਾਡੇ ਵੱਲ ਦੇਖ ਕੇ ਗੱਲਾਂ ਕਰ ਰਹੇ ਸਨ। ਮੈਂ ਬਾਈਕ ਰੋਕ ਕੇ ਲੋਕਾਂ ਵੱਲ ਦੇਖਿਆ ਅਤੇ ਆਪਣੀ ਭਰਜਾਈ ਨੂੰ ਬਾਹਾਂ ਵਿੱਚ ਲੈ ਕੇ ਦਰਵਾਜ਼ੇ ਵੱਲ ਲੈ ਗਿਆ ਤਾਂ ਮੈਨੂੰ ਇੱਕ ਔਰਤ ਦੀ ਆਵਾਜ਼ ਸੁਣਾਈ ਦਿੱਤੀ। ਉਹ ਔਰਤ ਕਹਿ ਰਹੀ ਸੀ, ਹਾਏ ਰੱਬਾ, ਇਹਨਾਂ ਲੋਕਾਂ ਨੇ ਕਿਹੜੀ ਬੇਸ਼ਰਮੀ ਧਾਰ ਰੱਖੀ ਹੈ। ਸ਼ੁਕਰ ਹੈ ਅੱਜ ਅਸੀਂ ਇਹਨਾਂ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਰੰਗ ਰਲੀ ਮਨਾਉਂਦੇ ਦੇਖਿਆ, ਨਹੀਂ ਤਾਂ ਪਤਾ ਹੀ ਨਹੀਂ ਸੀ ਚੱਲਣਾ ਕਿ ਇਹ ਦਿਓਰ ਭਰਜਾਈ ਕਿਹੜੀ ਖੇਡ ਖੇਡ ਰਹੇ ਹਨ। ਉਹ ਆਪਣੇ ਰਿਸ਼ਤੇ ਦੀ ਵੀ ਪਰਵਾਹ ਨਹੀਂ ਕਰਦੇ। ਤਾਂ ਦੂਸਰੀ ਔਰਤ ਵੀ ਬੋਲ ਪਈ, ਭੈਣ ਜੀ, ਇਸ ਵਿੱਚ ਇਸ ਬੱਚੇ ਦਾ ਕੋਈ ਕਸੂਰ ਨਹੀਂ। ਇਸ ਵਿਚਾਰੇ ਨੇ ਆਪਣਾ ਬਚਪਨ ਆਪਣੀ ਮਾਂ ਤੋਂ ਬਿਨਾਂ ਗੁਜ਼ਾਰਿਆ ਹੈ। ਆਖਰ ਇੰਨੀ ਸਮਝ ਕਿੱਥੋਂ ਆਵੇਗੀ? ਇਸ ਬੇਸ਼ਰਮ ਔਰਤ ਨੂੰ ਹੀ ਸੋਚਣਾ ਚਾਹੀਦਾ ਸੀ, ਜੋ ਪਹਿਲਾਂ ਉਸ ਦੇ ਭੋਲੇ ਭਾਲੇ ਭਰਾ ਨੂੰ ਫਸਾ ਕੇ ਇਸ ਘਰ ਵਿੱਚ ਦਾਖਲ ਹੋਈ ਅਤੇ ਹੁਣ ਆਪਣੇ ਦਿਓਰ ਨੂੰ ਵੀ ਲਵਾਉਂਦੀ ਹੈ। ਇਸ ਦੇ ਲੱਛਣ ਚੰਗੇ ਨਹੀਂ ਹਨ, ਇਸੇ ਲਈ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਹੈ। ਉਸ ਦੇ ਇਰਾਦੇ ਠੀਕ ਨਹੀਂ ਹਨ ਅਤੇ ਉਹ ਦੋਹਾਂ ਭਰਾਵਾਂ ਨੂੰ ਕਾਬੂ ਕਰਨਾ ਚਾਹੁੰਦੀ ਹੈ। ਇਹ ਇਸ ਦਾ ਇੱਕੋ ਇੱਕ ਕੰਮ ਹੈ। ਇਸ ਤੋਂ ਬਾਅਦ ਉਸ ਨੂੰ ਇੱਕ ਹੋਰ ਆਦਮੀ ਮਿਲ ਗਿਆ ਅਤੇ ਉਸ ਵਰਗੀਆਂ ਔਰਤਾਂ ਇੱਕ ਆਦਮੀ ਨਾਲ ਨਹੀਂ ਰਹਿ ਸਕਦੀਆਂ। ਮੈਨੂੰ ਉਸ ਦੇ ਵਿਚਾਰੇ ਪਤੀ ਤੇ ਤਰਸ ਆਉਂਦਾ ਹੈ, ਜਿਸ ਨੇ ਉਸ ਨੂੰ ਆਪਣੇ ਭਰਾ ਦੀ ਦੇਖਭਾਲ ਲਈ ਛੱਡਿਆ ਸੀ। ਉਸ ਨੂੰ ਕੀ ਪਤਾ ਸੀ ਉਸ ਦੇ ਭਰਾ ਦੀ ਇੱਥੇ ਕੀ ਦੇਖਭਾਲ ਕਰ ਰਹੀ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਉਸ ਨਾਲ ਕੀ ਹੋਵੇਗਾ ਅਤੇ ਮੈਨੂੰ ਨਹੀਂ ਪਤਾ ਕਿ ਉਹ ਸਾਰੀਆਂ ਔਰਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀਆਂ ਸਨ। ਜੇ ਮੈਂ ਚਾਹੁੰਦਾ ਤਾਂ ਮੈਂ ਉਹਨਾਂ ਸਾਰਿਆਂ ਨੂੰ ਜਵਾਬ ਦੇ ਸਕਦਾ ਸੀ, ਪਰ ਉਸ ਸਮੇਂ ਮੈਨੂੰ ਆਪਣੀ ਭਰਜਾਈ ਦੀ ਚਿੰਤਾ ਸੀ, ਜਿਸ ਦਾ ਉਸ ਸਮੇਂ ਸਿਰਫ ਮੈਂ ਹੀ ਸਹਾਰਾ ਸੀ। ਮੈਂ ਛੇਤੀ ਤੋਂ ਛੇਤੀ ਭਾਬੀ ਨੂੰ ਅੰਦਰ ਲੈ ਜਾਣਾ ਚਾਹੁੰਦਾ ਸੀ। ਮੈਂ ਆਪਣੀ ਭਾਬੀ ਦਾ ਹੱਥ ਫੜ ਕੇ 1-2 ਕਦਮ ਅੱਗੇ ਵਧਿਆ, ਪਰ ਜੋ ਕੁਝ ਸੁਣਿਆ ਉਸ ਨੂੰ ਸੁਣ ਕੇ ਮੇਰਾ ਖੂਨ ਉਬਲਣ ਲੱਗ ਪਿਆ ਅਤੇ ਮੇਰੀ ਭਰਜਾਈ ਵੀ ਮੇਰੀਆਂ ਬਾਹਾਂ ਵਿੱਚ ਆਪਣੇ ਹੋਸ਼ ਹਵਾਸ ਖੋ ਬੈਠੀ ਸੀ। ਇਹ ਦੇਖ ਕੇ ਮੇਰੇ ਮੱਥੇ ਤੇ ਪਸੀਨਾ ਆ ਗਿਆ। ਜੋ ਮੈਂ ਨਹੀਂ ਚਾਹੁੰਦਾ ਸੀ ਉਹ ਹੀ ਹੋਇਆ। ਸਾਰੇ ਮੇਰੇ ਦੁਆਲੇ ਇਕੱਠੇ ਹੋ ਗਏ ਸਨ। ਇਹ ਦੇਖ ਕੇ ਮਰਦ ਤਾਂ ਦੂਰ ਹੋ ਗਏ, ਜਦੋਂ ਕਿ ਔਰਤਾਂ ਸਾਨੂੰ ਇਕੱਠੇ ਦੇਖ ਕੇ ਹੈਰਾਨ ਰਹਿ ਗਈਆਂ ਅਤੇ ਇਸ ਤਰ੍ਹਾਂ ਪ੍ਰਤੀਕਿਰਿਆ ਦੇ ਰਹੀਆਂ ਸਨ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਪਾਪ ਕੀਤਾ ਹੋਵੇ। ਮੈਂ ਵੀ ਇਹ ਸਭ ਦੇਖ ਕੇ ਬਹੁਤ ਘਬਰਾ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ ਤੇ ਕੀ ਨਾ। ਜੇ ਕਿਸੇ ਨੂੰ ਸੱਚਾਈ ਪਤਾ ਲੱਗ ਗਈ ਤਾਂ ਕੌਣ ਜਾਣਦਾ ਹੈ ਕਿ ਕੀ ਹੋਵੇਗਾ। ਹੁਣ ਤਾਂ ਲੋਕ ਗੱਲਾਂ ਹੀ ਕਰ ਰਹੇ ਸਨ, ਉਹ ਝੂਠੀਆਂ ਕਹਾਣੀਆਂ ਸੁਣਾ ਰਹੇ ਸਨ, ਪਰ ਮੈਂ ਕਿੰਨਾ ਖਿਆਲਾਂ ਵਿੱਚ ਗੁਆਚ ਗਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇੰਜ ਜਾਪਦਾ ਸੀ ਜਿਵੇਂ ਮੈਂ ਵੱਡੀ ਮੁਸੀਬਤ ਵਿੱਚ ਸੀ। ਭਾਬੀ ਬੇਹੋਸ਼ ਹੋ ਗਈ ਸੀ। ਉਹਨਾਂ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਮੈਂ ਭਾਬੀ ਨੂੰ ਆਪਣੀ ਗੋਦ ਵਿੱਚ ਚੁੱਕਿਆ, ਘਰ ਦਾ ਦਰਵਾਜ਼ਾ ਖੋਲ੍ਹਿਆ, ਘਰ ਦੇ ਅੰਦਰ ਜਾ ਕੇ ਉਸ ਦੇ ਕਮਰੇ ਵਿੱਚ ਉਸ ਨੂੰ ਲਿਟਾਇਆ ਅਤੇ ਫਿਰ ਮੁੜ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਜੇ ਮੈਂ ਚਾਹੁੰਦਾ ਤਾਂ ਮੈਂ ਹੁਣੇ ਹੀ ਸਾਰਿਆਂ ਨੂੰ ਜਵਾਬ ਦੇ ਸਕਦਾ ਸੀ, ਪਰ ਮੈਂ ਇਸ ਸਮੇਂ ਸ਼ਾਂਤੀ ਚਾਹੁੰਦਾ ਸੀ। ਮੈਂ ਮੁੜ ਕੇ ਅੰਦਰ ਆ ਗਿਆ ਅਤੇ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਭਾਬੀ ਦੇ ਕਮਰੇ ਵਿੱਚ ਜਾ ਕੇ ਉਸ ਦੇ ਕੋਲ ਬੈਠ ਗਿਆ। ਹੁਣ ਮੈਂ ਸੋਚ ਰਿਹਾ ਸੀ ਕਿ ਕੌਣ ਜਾਣਦਾ ਹੈ ਕਿ ਕੱਲ ਦਾ ਸੂਰਜ ਮੇਰੇ ਲਈ ਕਿਹੜਾ ਤੂਫਾਨ ਲੈ ਕੇ ਆਉਣ ਵਾਲਾ ਸੀ। ਪਤਾ ਨਹੀਂ ਕਿੰਨੀਆਂ ਗੱਲਾਂ ਮੈਂ ਮਨ ਵਿੱਚ ਸੋਚ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਆਪਣੀ ਭਾਬੀ ਨੂੰ ਖੁਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਪਰ ਅੰਤ ਵਿੱਚ ਆਂਢ ਗੁਆਂਢ ਦੇ ਲੋਕਾਂ ਨੇ ਸਾਡੀ ਖੁਸ਼ੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਮੈਂ ਦੇਖਿਆ ਕਿ ਭਾਬੀ ਨੂੰ ਹੋਸ਼ ਆ ਰਿਹਾ ਸੀ। ਇਹ ਸੋਚਦਿਆਂ ਹੀ ਮੇਰਾ ਸਰੀਰ ਕਠੋਰ ਹੋ ਗਿਆ। ਭਾਬੀ ਪਾਣੀ ਮੰਗ ਰਹੀ ਸੀ। ਮੈਂ ਤੁਰੰਤ ਉਸ ਦੇ ਨੇੜੇ ਗਿਆ ਅਤੇ ਉਸ ਨੂੰ ਸਹਾਰਾ ਦੇ ਕੇ ਬਿਠਾਉਣ ਲੱਗਾ। ਜੱਗ ਵਿੱਚੋਂ ਪਾਣੀ ਕੱਢ ਕੇ ਇੱਕ ਗਲਾਸ ਵਿੱਚ ਪਾਇਆ ਅਤੇ ਭਰਜਾਈ ਨੂੰ ਪੀਣ ਲਈ ਦਿੱਤਾ। ਆਪਣੀ ਭਾਬੀ ਨੂੰ ਦਿਲਾਸਾ ਦੇ ਕੇ ਮੈਂ ਰਸੋਈ ਵਿੱਚ ਜਾ ਕੇ ਖਾਣਾ ਗਰਮ ਕਰਨ ਲੱਗ ਪਿਆ। ਇਹ ਸਭ ਮੇਰੇ ਕਾਰਨ ਹੋਇਆ ਸੀ। ਮੈਂ ਬੇਹੋਸ਼ ਹੋ ਰਹੀ ਭਾਬੀ ਦੇ ਕੋਲਡ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਭਾਬੀ ਨੇ ਖਾਣਾ ਖਾ ਕੇ ਬਹੁਤ ਆਰਾਮ ਮਹਿਸੂਸ ਕੀਤਾ। ਮੈਂ ਕਿਹਾ ਤੇ ਭਾਬੀ ਵੱਲ ਦੇਖਿਆ ਅਤੇ ਮੈਂ ਉੱਠ ਕੇ ਬਾਹਰ ਆ ਗਿਆ ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਦੇਖਿਆ ਕਿ ਭਾਬੀ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਪੂਰੀ ਸ਼ਾਂਤੀ ਨਾਲ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ। ਮੈਂ ਆਪਣੀ ਭਾਬੀ ਕੋਲ ਗਿਆ ਅਤੇ ਉਸ ਨੂੰ ਸ਼ੁਭ ਸਵੇਰ ਦੇ ਨਮਸਤੇ ਕੀਤੀ ਅਤੇ ਉਸ ਦੀ ਸਿਹਤ ਬਾਰੇ ਵੀ ਪੁੱਛਿਆ ਅਤੇ ਕੁਝ ਦੇਰ ਬਾਅਦ ਮੈਂ ਜਾ ਕੇ ਡਾਈਨਿੰਗ ਟੇਬਲ ਤੇ ਬੈਠ ਗਿਆ। ਮੈਂ ਸੋਚਿਆ ਕਿ ਚੰਗਾ ਹੋਇਆ ਕਿ ਮੈਂ ਕੱਲ ਹੀ ਭਾਬੀ ਦੇ ਕੋਲਡ ਡਰਿੰਕ ਵਿੱਚ ਨਸ਼ੇ ਦੀ ਗੋਲੀ ਮਿਲਾ ਦਿੱਤੀ ਸੀ, ਨਹੀਂ
ਤਾਂ ਹੁਣ ਤੱਕ ਕੀ ਹੋ ਜਾਣਾ ਸੀ। ਤੇ ਭਾਬੀ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀ। ਮੈਂ ਟੀਵੀ ਚਾਲੂ ਕੀਤਾ ਅਤੇ ਖਬਰਾਂ ਦੇਖਣ ਲੱਗ ਪਿਆ। ਫਿਰ ਅਚਾਨਕ ਦਰਵਾਜ਼ੇ ਦੀ ਘੰਟੀ ਵੱਜਣ ਲੱਗੀ, ਜਿਸ ਨੂੰ ਸੁਣ ਕੇ ਮੇਰੇ ਇੱਕਦਮ ਕੰਨ ਖੜੇ ਹੋ ਗਏ। ਮੈਨੂੰ ਪਤਾ ਸੀ ਕਿ ਮੁਹੱਲੇ ਦੇ ਲੋਕ ਇਸ ਤਰ੍ਹਾਂ ਚੁੱਪ ਨਹੀਂ ਰਹਿਣਗੇ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਲੋਕ ਸਵੇਰੇ ਸਵੇਰੇ ਆ ਕੇ ਕੋਈ ਹੰਗਾਮਾ ਕਰਨਗੇ। ਮੈਂ ਧਿਆਨ ਨਾਲ ਦਰਵਾਜ਼ੇ ਵੱਲ ਦੇਖਿਆ ਅਤੇ ਸੋਚਿਆ ਕਿ ਮੈਂ ਅੱਜ ਉਹਨਾਂ ਲੋਕਾਂ ਨਾਲ ਸਪਸ਼ਟ ਗੱਲ ਕਰਾਂਗਾ। ਇਸ ਤੋਂ ਪਹਿਲਾਂ ਕਿ ਮੈਂ ਜਾ ਕੇ ਦਰਵਾਜ਼ਾ ਖੋਲ੍ਹਦਾ, ਮੇਰੀ ਭਰਜਾਈ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਆਂਢ ਗੁਆਂਢ ਦੀਆਂ ਔਰਤਾਂ ਘਰ ਦੇ ਅੰਦਰ ਆ ਗਈਆਂ ਸਨ। ਅਤੇ ਜਿਵੇਂ ਹੀ ਔਰਤਾਂ ਘਰ ਅੰਦਰ ਦਾਖਲ ਹੋਈਆਂ ਤਾਂ ਕੱਲ੍ਹ ਵਾਲਾ ਡਰਾਮਾ ਫਿਰ ਸ਼ੁਰੂ ਹੋ ਗਿਆ। ਆਪਣੇ ਤੇ ਲੱਗੇ ਦੋਸ਼ਾਂ ਬਾਰੇ ਭਾਬੀ ਚੁੱਪ ਰਹੀ, ਪਰ ਜਿਵੇਂ ਹੀ ਉਹਨਾਂ ਨੇ ਮੇਰਾ ਨਾਂ ਲਿਆ ਤਾਂ ਭਾਬੀ ਤਾਂ ਉਹਨਾਂ ਨੂੰ ਗੱਲਾਂ ਸੁਣਾਉਣ ਲੱਗ ਗਈ। ਮੈਂ ਹੈਰਾਨੀ ਨਾਲ ਭਾਬੀ ਦੇ ਚਿਹਰੇ ਵੱਲ ਦੇਖ ਰਿਹਾ ਸੀ। ਉਹ ਕਿੰਨੀ ਜਲਦੀ ਲੋਕਾਂ ਨੂੰ ਜਵਾਬ ਦੇ ਰਹੀ ਸੀ। ਭਾਬੀ ਨੇ ਆਪਣੀਆਂ ਗੱਲਾਂ ਨਾਲ ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ ਸੀ ਅਤੇ ਕੁਝ ਦੇਰ ਬਾਅਦ ਉਹ ਸਾਰੇ ਮੂੰਹ ਲਟਕਾ ਕੇ ਵਾਪਸ ਚਲੇ ਗਏ ਸਨ। ਭਾਬੀ ਦਰਵਾਜ਼ਾ ਬੰਦ ਕਰਕੇ ਅੰਦਰ ਆ ਕੇ ਦਿਲਾਸਾ ਦੇਣ ਲੱਗੀ। ਬੈਠ ਕੇ ਉਸ ਨੇ ਪਹਿਲਾਂ ਪਾਣੀ ਪੀਤਾ ਅਤੇ ਮੈਨੂੰ ਨਾਸ਼ਤਾ ਪਰੋਸਿਆ। ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਜਦੋਂ ਮੈਂ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਭਾਬੀ ਦੇ ਹੱਥ ਵਿੱਚ ਮੇਰਾ ਮੋਬਾਈਲ ਸੀ। ਪਤਾ ਨਹੀਂ ਉਹ ਮੇਰੇ ਮੋਬਾਈਲ ਤੇ ਕਿਸ ਨਾਲ ਗੱਲ ਕਰ ਰਹੀ ਸੀ। ਫਿਰ ਮੈਨੂੰ ਅਚਾਨਕ ਯਾਦ ਆਇਆ ਕਿ ਮੈਂ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਹਾਂ। ਆਖਰਕਾਰ ਭਾਬੀ ਨੂੰ ਹੁਣ ਮੇਰੇ ਬਾਰੇ ਸਭ ਕੁਝ ਪਤਾ ਸੀ ਅਤੇ ਹੁਣ ਕੌਣ ਜਾਣਦਾ ਹੈ ਕਿ ਉਹ ਮੇਰੇ ਬਾਰੇ ਕੀ ਸੋਚ ਰਹੀ ਹੋਵੇਗੀ। ਮੈਂ ਆਪਣੇ ਹੀ ਖਿਆਲਾਂ ਵਿੱਚ ਗੁਆਚਿਆ ਹੋਇਆ ਸੀ ਜਦੋਂ ਭਾਬੀ ਮੇਰੇ ਵੱਲ ਦੇਖਣ ਲੱਗ ਪਈ। ਹੁਣ ਮੈਂ ਬੁਰੀ ਤਰ੍ਹਾਂ ਫਸ ਗਿਆ ਸੀ। ਮੈਂ ਝੂਠ ਵੀ ਨਹੀਂ ਬੋਲ ਸਕਦਾ ਸੀ। ਹੁਣ ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਸੀ ਕਿ ਉਹ ਉਸ ਨੂੰ ਸੱਚ ਦੱਸ ਦੇਵੇ। ਪਰ ਭਾਬੀ ਦੇ ਰਿਐਕਸ਼ਨ ਮੈਨੂੰ ਬਹੁਤ ਖਤਰਨਾਕ ਲੱਗ ਰਹੇ ਸੀ, ਜਿਵੇਂ ਉਸ ਨੂੰ ਸੱਚਾਈ ਦਾ ਪਤਾ ਲੱਗ ਗਿਆ ਹੋਵੇ ਅਤੇ ਇੰਜ ਜਾਪਦਾ ਸੀ ਜਿਵੇਂ ਭਾਬੀ ਮੈਨੂੰ ਕੱਚਾ ਚਬਾ ਦੇਵੇਗੀ। ਮੈਂ ਸਿਰ ਝੁਕਾ ਲਿਆ ਸੀ। ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਭਾਬੀ ਹੁਣ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਸ਼ਾਇਦ ਉਹਨਾਂ ਨੂੰ ਮੇਰੇ ਤੋਂ ਇਹ ਉਮੀਦ ਨਹੀਂ ਸੀ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਕੁਝ ਬੋਲਦੀ, ਅਚਾਨਕ ਦਰਵਾਜ਼ੇ ਦੀ ਘੰਟੀ ਮੁੜ ਵੱਜਣ ਲੱਗੀ, ਜਿਸ ਨੂੰ ਸੁਣ ਕੇ ਭਾਬੀ ਨੇ ਮੇਰਾ ਮੋਬਾਈਲ ਸੋਫੇ ਤੇ ਸੁੱਟ ਦਿੱਤਾ। ਆਪ ਦਰਵਾਜ਼ਾ ਖੋਲ੍ਹਣ ਗਈ। ਮੈਂ ਝੱਟ ਮੋਬਾਈਲ ਚੁੱਕ ਕੇ ਆਪਣੇ ਕੋਲ ਰੱਖ ਲਿਆ। ਇਸ ਤੋਂ ਪਹਿਲਾਂ ਹੀ ਉਹ ਮੇਰੇ ਦੂਜੇ ਰਾਜ ਬਾਰੇ ਜਾਣਦੀ। ਮੈਂ ਆਰਾਮ ਕੀਤਾ, ਸਾਹ ਲਿਆ ਅਤੇ ਸੋਚ ਰਿਹਾ ਸੀ ਕਿ ਇਹ ਚੰਗਾ ਹੈ ਕਿ ਕੋਈ ਦਰਵਾਜ਼ੇ ਤੇ ਆਇਆ ਹੈ। ਫਿਰ ਅਚਾਨਕ ਭਾਬੀ ਦੇ ਚੀਕਣ ਦੀ ਆਵਾਜ਼ ਆਈ। ਮੈਂ ਤੇਜ਼ੀ ਨਾਲ ਦਰਵਾਜ਼ੇ ਵੱਲ ਭੱਜਿਆ। ਦਰਵਾਜ਼ੇ ਤੇ ਖੜੇ ਵਿਅਕਤੀ ਨੂੰ ਦੇਖ ਕੇ ਮੈਂ ਘਬਰਾ ਗਿਆ। ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰਾ ਭਰਾ ਮੇਰੇ ਸਾਹਮਣੇ ਖੜਾ ਸੀ। ਮੈਂ ਭੱਜ ਕੇ ਉਸ ਨੂੰ ਜੱਫੀ ਪਾ ਲਈ। ਅਸੀਂ ਦੋਵੇਂ ਭਰਾ ਇੱਕ ਦੂਜੇ ਨੂੰ ਜੱਫੀ ਪਾ ਕੇ ਕਾਫੀ ਦੇਰ ਰੋਂਦੇ ਰਹੇ ਅਤੇ ਮੈਂ ਭਰਾ ਨਾਲ ਅੰਦਰ ਆ ਗਿਆ। ਭਾਬੀ ਹਜੇ ਵੀ ਉੱਥੇ ਸ਼ੌਕ ਨਾਲ ਖੜੀ ਸੀ। ਆਖਰ ਮੈਨੂੰ ਆਪਣੀ ਭਾਬੀ ਨੂੰ ਲੈਣ ਜਾਣਾ ਪਿਆ ਅਤੇ ਉਹਨਾਂ ਨੂੰ ਅੰਦਰ ਲੈ ਗਿਆ ਅਤੇ ਕੁਝ ਸਮੇਂ ਬਾਅਦ ਮੈਂ ਆਪਣੇ ਦੋਸਤ ਦੇ ਘਰ ਜਾਣ ਦੇ ਬਹਾਨੇ ਘਰੋਂ ਬਾਹਰ ਆ ਗਿਆ ਤਾਂ ਜੋ ਦੋਵੇਂ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਸਕਣ ਅਤੇ ਪਿਛਲੀਆਂ ਸਾਰੀਆਂ ਰੰਜਿਸ਼ਾਂ ਨੂੰ ਮਿਟਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਵੈਸੇ ਵੀ ਮੈਂ ਮੇਰੇ ਭਰਾ ਦੀ ਅਮਾਨਤ ਉਸ ਨੂੰ ਸੌਂਪ ਦਿੱਤੀ ਸੀ। ਹੁਣ ਮੈਂ ਤੁਹਾਨੂੰ ਭਾਬੀ ਦੀ ਜ਼ਿੰਦਗੀ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਅਸਲ ਵਿੱਚ ਮੇਰੀ ਭਰਜਾਈ ਇੱਕ ਵੈਸ਼ੀਆ ਸੀ। ਉਹ ਬਚਪਨ ਤੋਂ ਹੀ ਅਜਿਹੀ ਨਹੀਂ ਸੀ, ਪਰ ਸ਼ਾਇਦ ਉਸ ਦੀ ਕਿਸਮਤ ਵਿੱਚ ਅਜਿਹਾ ਹੋਣਾ ਲਿਖਿਆ ਸੀ। ਉਹ ਅਨਾਥ ਸੀ। ਜਦੋਂ ਤੋਂ ਉਸ ਨੂੰ ਹੋਸ਼ ਆਇਆ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਸੀ। ਜਦੋਂ ਉਹ 5 ਸਾਲ ਦੀ ਹੋ ਗਈ ਤਾਂ ਇੱਕ ਪਰਿਵਾਰ ਨੇ ਉਸ ਨੂੰ ਗੋਦ ਲੈ ਲਿਆ ਅਤੇ ਉਹ ਉਸ ਪਰਿਵਾਰ ਨਾਲ ਰਹਿਣ ਲੱਗੀ। ਆਖਰ ਉਹਨਾਂ ਨੂੰ ਮਾਂ-ਬਾਪ ਦਾ ਪਿਆਰ ਮਿਲ ਗਿਆ। ਉਹ ਉਸ ਪਰਿਵਾਰ ਨਾਲ ਉਹਨਾਂ ਦੇ ਘਰ ਚਲੀ ਗਈ। ਪਹਿਲੇ ਕੁਝ ਸਾਲ ਉਸ ਦੇ ਬਹੁਤ ਚੰਗੇ ਗੁਜ਼ਰੇ ਸਨ ਅਤੇ ਜਿਸ ਪਰਿਵਾਰ ਨੇ ਉਸ ਨੂੰ ਆਪਣਾ ਬਣਾਇਆ ਸੀ ਉਹ ਬਹੁਤ ਵਧੀਆ ਅਤੇ ਅਮੀਰ ਪਰਿਵਾਰ ਸੀ। ਉਹਨਾਂ ਨੇ ਭਾਬੀ ਨੂੰ ਸੜਕ ਤੋਂ ਚੁੱਕ ਕੇ ਉਸ ਦਾ ਨਾਂ ਦਿੱਤਾ ਸੀ। ਪਰ ਜਿਵੇਂ ਹੀ ਭਾਬੀ ਜਵਾਨ ਹੋਈ ਤਾਂ ਬਹੁਤ ਸਾਰੇ ਲੋਕ ਉਸ ਦੀ ਖੂਬਸੂਰਤੀ ਤੋਂ ਈਰਖਾ ਕਰਨ ਲੱਗੇ, ਕਿਉਂਕਿ ਭਾਬੀ ਬਹੁਤ ਖੂਬਸੂਰਤ ਸੀ ਅਤੇ ਉਹ ਬਚਪਨ ਤੋਂ ਹੀ ਬਹੁਤ ਮਾਸੂਮ ਲੱਗ ਰਹੀ ਸੀ। ਉਸ ਨੂੰ ਆਪਣੇ ਨਾਲ ਲੈ ਕੇ ਜਾਣ ਵਾਲਾ ਪਰਿਵਾਰ ਸਾਂਝਾ ਪਰਿਵਾਰ ਸੀ। ਉਸ ਦੇ ਮਤਰੇਏ ਪਿਓ ਤੇ ਭਰਾ ਦੀਆਂ ਧੀਆਂ ਵੀ ਸਨ। ਹਾਲਾਂਕਿ ਉਹਨਾਂ ਕੁੜੀਆਂ ਵਿੱਚੋਂ ਕੋਈ ਵੀ ਮੇਰੀ ਭਾਬੀ ਵਰਗੀ ਸੋਹਣੀ ਨਹੀਂ ਸੀ। ਇਸੇ ਲਈ ਜਦੋਂ ਉਹਨਾਂ ਕੁੜੀਆਂ ਦੇ ਰਿਸ਼ਤੇ ਆਉਂਦੇ ਤਾਂ ਉਹ ਉਹਨਾਂ ਕੁੜੀਆਂ ਦੀ ਥਾਂ ਭਰਜਾਈ ਨੂੰ ਪਸੰਦ ਕਰਕੇ ਚਲੇ ਜਾਂਦੇ। ਇੱਕ ਦਿਨ ਉਹਨਾਂ ਕੁੜੀਆਂ ਦੀ ਮਾਂ ਮੇਰੀ ਭਰਜਾਈ ਨੂੰ ਕਿਸੇ ਬਹਾਨੇ ਨਾਲ ਘਰੋਂ ਬਾਹਰ ਲੈ ਗਈ ਅਤੇ ਰਸਤੇ ਵਿੱਚ ਉਸ ਦੇ ਮੂੰਹ ਤੇ ਕਲੋਰੋਫਾਰਮ ਵਾਲਾ ਰੁਮਾਲ ਰੱਖ ਦਿੱਤਾ, ਜਿਸ ਕਾਰਨ ਭਰਜਾਈ ਬੇਹੋਸ਼ ਹੋ ਗਈ ਅਤੇ ਰਿਕਸ਼ੇ 'ਚ ਬੈਠ ਗਈ। ਉਹ ਭਰਜਾਈ ਨੂੰ ਆਪਣੇ ਨਾਲ ਬੇਸ਼ਵਾ ਘਰ ਲੈ ਗਈ ਅਤੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ। ਬਹਾਨਾ ਬਣਾਇਆ ਕਿ ਤੁਹਾਡੇ
ਤੁਹਾਡੀ ਧੀ ਕਿਤੇ ਨਹੀਂ ਲੱਭੀ। ਪਤਾ ਨਹੀਂ ਉਹ ਮੇਰਾ ਹੱਥ ਛੱਡ ਕੇ ਕਿੱਥੇ ਚਲੀ ਗਈ। ਮੈਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਕਿਧਰੇ ਨਜ਼ਰ ਨਹੀਂ ਆਈ। ਭਰਜਾਈ ਦੇ ਮਤਰੇ ਮਾਪਿਆਂ ਨੇ ਉਸ ਦੀ ਹਰ ਪਾਸੇ ਭਾਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇੱਥੋਂ ਤੱਕ ਕਿ ਪੁਲਿਸ ਨੂੰ ਰਿਪੋਰਟ ਵੀ ਦਰਜ ਕਰਵਾਈ ਗਈ ਅਤੇ ਪੁਲਿਸ ਨੂੰ ਭਾਬੀ ਦਾ ਪਤਾ ਨਹੀਂ ਲੱਗ ਸਕਿਆ। ਭਾਬੀ ਦੀ ਸੱਚਾਈ ਮੈਨੂੰ ਪਹਿਲਾਂ ਹੀ ਪਤਾ ਸੀ। ਮੈਨੂੰ ਪਤਾ ਸੀ ਕਿ ਭਾਬੀ ਬੇਸ਼ਵਾ ਸੀ। ਮੈਂ ਬਾਹਰ ਵਿੱਚ ਉਸ ਨੂੰ ਦੇਖਿਆ ਸੀ ਪਰ ਮੈਨੂੰ ਪਤਾ ਨਹੀਂ ਲੱਗ ਸਕਿਆ ਕਿ ਭਰਾ ਭਾਬੀ ਨੂੰ ਕਿਵੇਂ ਮਿਲਿਆ ਸੀ ਅਤੇ ਕਿਵੇਂ ਭਰਾ ਨੇ ਭਰਜਾਈ ਨਾਲ ਵਿਆਹ ਕਰਵਾ ਕੇ ਘਰ ਲਿਆਂਦਾ ਸੀ। ਪਰ ਭਰਾ ਨੂੰ ਭਾਬੀ ਦੀ ਅਸਲੀਅਤ ਦਾ ਪਤਾ ਨਹੀਂ ਸੀ। ਜਿਸ ਦਿਨ ਭਰਾ ਘਰੋਂ ਨਿਕਲਿਆ ਭਰਾ ਨੂੰ ਭਾਬੀ ਦੀ ਸੱਚਾਈ ਦਾ ਪਤਾ ਲੱਗਾ। ਪਤਾ ਨਹੀਂ ਕਿਸ ਨੇ ਭਰਾ ਨੂੰ ਭਾਬੀ ਦੀ ਸੱਚਾਈ ਦੱਸੀ ਸੀ ਅਤੇ ਜਿਵੇਂ ਹੀ ਉਸ ਨੂੰ ਭਾਬੀ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਦੀ ਬਹੁਤ ਕਲਾਸ ਲਾਈ ਤੇ ਕਲਾਸ ਤਾਂ ਮੇਰੀ ਵੀ ਲੱਗਣੀ ਸੀ। ਪਰ ਉਸ ਦਿਨ ਗੁੱਸੇ ਵਿੱਚ ਭਰਾ ਨੇ ਮੈਨੂੰ ਕੁਝ ਨਹੀਂ ਕਿਹਾ ਅਤੇ ਮੈਂ ਬਚ ਗਿਆ। ਉਸ ਦੇ ਜਾਣ ਤੋਂ ਬਾਅਦ ਭਾਬੀ ਨੂੰ ਡਿਪਰੈਸ਼ਨ ਹੋ ਗਿਆ ਸੀ। ਡਾਕਟਰ ਨੇ ਕਿਹਾ ਕਿ ਉਹ ਕਦੇ ਵੀ ਇਸ ਡਿਪਰੈਸ਼ਨ ਤੋਂ ਬਾਹਰ ਨਹੀਂ ਆ ਸਕਦੀ, ਆਪਣੀ ਅਸਲ ਜ਼ਿੰਦਗੀ ਵਿੱਚ ਵਾਪਸ ਨਹੀਂ ਆ ਸਕੇਗੀ। ਇਸ ਲਈ ਮੈਂ ਉਸ ਦਾ ਜ਼ਿਆਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਮਿਹਨਤ ਅਤੇ ਕੋਸ਼ਿਸ਼ਾਂ ਕਰਕੇ ਉਹ ਠੀਕ ਹੋਣ ਲੱਗੀ। ਮੈਂ ਆਪਣੀ ਭਾਬੀ ਦਾ ਟ੍ਰੀਟਮੈਂਟ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਹਮੇਸ਼ਾ ਉਸ ਦਾ ਖਿਆਲ ਰੱਖਿਆ ਜਿਸ ਨੂੰ ਹਰ ਕੋਈ ਗਲਤ ਸਮਝਦਾ ਸੀ। ਲੋਕ ਮੇਰੇ ਅਤੇ ਮੇਰੀ ਭਰਜਾਈ ਤੇ ਹਰ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਸਨ। ਭਰਾ 2 ਸਾਲ ਬਾਅਦ ਘਰ ਵਾਪਸ ਆਇਆ। ਇਹ ਸੋਚ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਹੁਣ ਮੈਨੂੰ ਮੇਰੇ ਰਿਸ਼ਤੇ ਵਾਪਸ ਮਿਲ ਗਏ ਸਨ ਅਤੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਰਹਿਣਾ ਚਾਹੁੰਦਾ ਸੀ ਪਰ ਹੁਣ ਮੇਰੇ ਲਈ ਇਹ ਸੰਭਵ ਨਹੀਂ ਸੀ ਕਿਉਂਕਿ ਮੈਨੂੰ ਟ੍ਰੇਨਿੰਗ ਲਈ ਸ਼ਹਿਰ ਤੋਂ ਦੂਰ ਜਾਣਾ ਪਿਆ। ਇਸ ਲਈ ਮੈਂ ਆਪਣੇ ਕਮਰੇ ਵਿੱਚ ਜਾ ਕੇ ਪੈਕਿੰਗ ਸ਼ੁਰੂ ਕਰ ਦਿੱਤੀ। ਭਾਬੀ ਨੂੰ ਅੱਜ ਸਵੇਰੇ ਇਸ ਗੱਲ ਦਾ ਪਤਾ ਲੱਗਾ ਜਿਸ ਬਾਰੇ ਮੈਂ ਉਸ ਨੂੰ ਨਹੀਂ ਦੱਸਿਆ ਸੀ। ਮੈਂ ਆਪਣੀ ਭਾਬੀ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਇਸ ਕਾਰਨ ਮੈਂ ਆਪਣੀ ਟ੍ਰੇਨਿੰਗ ਕੈਂਸਲ ਕਰ ਦਿੱਤੀ ਸੀ ਅਤੇ ਭਾਬੀ ਨੂੰ ਫੋਨ ਤੇ ਇਸ ਬਾਰੇ ਪਤਾ ਲੱਗਾ। ਮੇਰੇ ਇੱਕ ਦੋਸਤ ਨੇ ਫੋਨ ਕਰਕੇ ਮੇਰੀ ਭਾਬੀ ਨੂੰ ਦੱਸਿਆ ਸੀ ਕਿ ਅੰਕੁਸ਼ ਟ੍ਰੇਨਿੰਗ ਲਈ ਜਾਣ ਤੋਂ ਇਨਕਾਰ ਕਰ ਰਿਹਾ ਹੈ। ਆਖਰਕਾਰ ਇਹ ਉਸ ਦਾ ਸੁਪਨਾ ਸੀ ਪਰ ਉਹ ਤੁਹਾਡੇ ਲਈ ਤੁਹਾਡੀ ਚਿੰਤਾ ਦੇ ਕਾਰਨ ਤੁਹਾਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ। ਸ਼ਾਮ ਨੂੰ ਜਦੋਂ ਮੈਂ ਘਰ ਪਰਤਿਆ ਤਾਂ ਦੇਖਿਆ ਕਿ ਭਰਾ ਅਤੇ ਭਰਜਾਈ ਮੇਰੀ ਉਡੀਕ ਕਰ ਰਹੇ ਸਨ। ਰੋਣ ਨਾਲ ਭਾਬੀ ਦੀਆਂ ਅੱਖਾਂ ਸੁੱਜ ਗਈਆਂ ਸਨ ਅਤੇ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਝਿੜਕਣ ਲਈ ਤਿਆਰ ਹੋਵੇ। ਮੈਂ ਜਾ ਕੇ ਦੋਹਾਂ ਦੇ ਕੋਲ ਬੈਠ ਗਿਆ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ। ਮੈਂ ਆਪਣੇ ਭਰਾ ਅਤੇ ਭਰਜਾਈ ਨੂੰ ਆਪਣੇ ਮਾਂ-ਬਾਪ ਸਮਝਦਾ ਸੀ। ਭਾਬੀ ਨੇ ਮੈਨੂੰ ਸੱਚੀ ਮਾਂ ਵਰਗਾ ਪਿਆਰ ਦਿੱਤਾ ਸੀ। ਇਸੇ ਲਈ ਮੈਂ ਆਪਣੀ ਭਾਬੀ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ ਪਰ ਚੰਗਾ ਹੋਇਆ ਕਿ ਭਰਾ ਆਪ ਘਰ ਪਰਤ ਆਇਆ। ਹੁਣ ਮੈਂ ਬਿਨਾਂ ਕਿਸੇ ਚਿੰਤਾ ਦੇ ਇੱਥੋਂ ਆਪਣੀ ਟ੍ਰੇਨਿੰਗ ਤੇ ਜਾ ਸਕਦਾ ਸੀ। ਭਰਾ ਅਤੇ ਭਰਜਾਈ ਨੇ ਮੈਨੂੰ ਸਮਝਾਇਆ ਕਿ ਤੁਸੀਂ ਹੁਣ ਆਰਾਮ ਨਾਲ ਆਪਣੀ ਟ੍ਰੇਨਿੰਗ ਤੇ ਜਾ ਸਕਦੇ ਹੋ ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ। ਅਸੀਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੇ ਅਤੇ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਦੇ ਹੋਏ ਇੱਕ ਸਫਲ ਡਾਕਟਰ ਬਣ ਕੇ ਘਰ ਵਾਪਸ ਆਉਣਾ। ਮੈਨੂੰ ਮੇਰੇ ਭਰਾ ਅਤੇ ਭਰਜਾਈ ਵੱਲੋਂ ਬਹੁਤ ਹਿੰਮਤ ਮਿਲੀ। ਮੈਂ ਦੋਹਾਂ ਤੋਂ ਬਹੁਤ ਖੁਸ਼ ਸੀ। ਦੋਵੇਂ ਇੱਕ ਦੂਜੇ ਨਾਲ ਗੱਲ ਕਰਨ ਤੋਂ ਬਾਅਦ ਠੀਕ ਹੋ ਗਏ। ਆਖਰ ਜੋ ਭਾਬੀ ਨਾਲ ਹੋਇਆ ਉਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ। ਇਸੇ ਲਈ ਭਰਾ ਨੇ ਭਾਬੀ ਦੀ ਸੱਚਾਈ ਜਾਣ ਕੇ ਭਾਬੀ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਹ ਉਸ ਤੇ ਗੁੱਸੇ ਹੋਣ ਲਈ ਉਸ ਤੋਂ ਮਾਫੀ ਮੰਗਦਾ ਹੈ ਅਤੇ ਹੁਣ ਉਹ ਉਸ ਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ। ਹੁਣ ਮੈਂ ਬਹੁਤ ਵਧੀਆ ਡਾਕਟਰ ਬਣ ਗਿਆ ਹਾਂ ਅਤੇ ਮੇਰਾ ਆਪਣਾ ਹਸਪਤਾਲ ਹੈ। ਮੇਰਾ ਭਰਾ ਅਤੇ ਭਰਜਾਈ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ ਅਤੇ ਅੱਜ ਮੇਰੇ ਭਰਾ ਅਤੇ ਭਾਬੀ ਦੀਆਂ 2 ਧੀਆਂ ਹਨ। ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ ਅਤੇ ਮੈਂ ਵੀ ਵਿਆਹ ਕਰਨ ਲਈ ਇੱਕ ਚੰਗੀ ਕੁੜੀ ਦੀ ਭਾਲ ਕਰ ਰਿਹਾ ਹਾਂ। ਮੇਰੇ ਲਈ ਦੁਆ ਕਰੋ ਕਿ ਮੈਨੂੰ ਵੀ ਮੇਰੀ ਭਾਬੀ ਵਰਗੀ ਕੁੜੀ ਮਿਲੇ ਜੋ ਮੇਰੇ ਅਤੇ ਮੇਰੇ ਪਰਿਵਾਰ ਦਾ ਬਹੁਤ ਵਧੀਆ ਖਿਆਲ ਰੱਖੇ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।